जय गुरु जी। ਤੁਸੀਂ ਅਨਸਰ ਚ ਇੱਥੇ ਆ ਸੀ? अच्छा 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 अच्छा। आप आराम से सुनोगे, सब पता चलेगा। हाँ। फिर मैं भी आपको एक बहुत अच्छा सत्संग सुनाऊंगी। सत्संग तो बहुत छोटे छोटे हैं, पर मैं ਤੁਹਾਨੂੰ ਬਰੀਫ ਦੇ ਵਿੱਚ ਪੰਜਾਬੀ ਚ ਬੋਲਦਾ ਸਮਝ ਆ ਜਾਏਗਾ। ਤੇ ਛੋਟੇ ਛੋਟੇ ਪੀਸ ਛੋਟੇ ਛੋਟੇ ਸ਼ਾਰਟਸ ਸੁਣਾ ਦੇਣੀ ਆ। पहले तो आंटी आप इधर मैं आ जाओ। गुरु जी के नाम वो ना एक्चुअली पीछे सुनाई नहीं देता। अच्छा अच्छा। हाँ थोड़ा सा। पहले ना जस्ट पहले ये जो अग्गी आंटी हैं इनको मैं ब्लेसिंग्स देती हूँ। मतलब कि जैसे जस्ट मैं इनके घर के एंटर ही करने लगी हूँ, सबसे पहले मेरे को बटरफ्लाई नज़र आई है। जय गुरु जी। मेरे को मतलब कि ऐसे लगा भी हाँ यहाँ पर सत्संग है। जैसे अभी भी मैं कर रही थी तो मेरे आइज़ में मतलब कि मैं बहुत इमोशनल हो गई थी। मैं गुरुजी से जुड़ी हूँ एक्चुअली। मैं 1980 में तब 10th कर रही थी। मैं जलंधर की हूँ, डिफेंस कॉलोनी। मेरा हाउस नंबर 295 है। और गुरुजी का जब हम जैसे स्कूल जाते थे तो तब ये बिल्डिंग्स मतलब किसी ने प्लॉट किसी ने डोनेट किया था, कोई आर्मी, हमारे डिफेंस कॉलोनी में आर्मी वाले हम। तो जैसे हम जाते थे तो सारे ये कहते थे पता नहीं यहाँ पर ना कोई बाबा जी आए हैं, किसी ने अपनी ये कोठी डोनेट कर दी है। फिर हम भी सारे बच्चे यही सोचते होते थे। हमने कहा पता नहीं कौन से बाबा जी हैं। तब तो बन रही थी, कंस्ट्रक्शन हो रही थी। फिर कंस्ट्रक्शन ऐसे होती रही। फिर 88 में मेरी मैरिज हो गई। तब भी गुरुजी का मतलब इतना नहीं था हमारा। 89 में मेरी बेटी हुई, वो 1.5 साल की थी मेरी बेटी। तो हम उसको लेके जैसे गए हैं तो मेरी दोनों छोटी, मैं बैठ के बोलती हूँ, नर्वस हो रही हूँ, मैंने कभी बोला नहीं ना ऐसे। तो मेरी जो दोनों सिस्टर्स थी वो मेरे से एक 8 साल छोटी है, एक 6 साल छोटी हैगी दोनों। ਤੇ ਉਹ ਜਿੱਦਾਂ ਛੋਟੀਆਂ ਹੁੰਦੀਆਂ ਸੀ ਤਾਂ ਗੁਰੂ ਜੀ ਕੋਲ ਜਿਸ ਤਰ੍ਹਾਂ ਜਾਂਦੇ ਸੀ ਨਾ ਸੰਗਤ, ਤੇ ਉਹ ਚਾਹ ਦੀ ਸੇਵਾ ਕਰਨ ਛੋਟੇ ਛੋਟੇ ਬੱਚੇ ਜਿੱਦਾਂ ਚਲੇ ਜਾਂਦੇ ਉਹ ਚਲੇ ਜਾਂਦੀਆਂ ਸੀਗੀਆਂ। ਤੇ ਜਦੋਂ ਮੇਰੀ ਬੇਟੀ ਹੋਈ 1.25 ਸਾਲ ਦੀ ਸੀ ਤੇ ਦੋਨੋਂ ਸਿਸਟਰ ਕਹਿੰਦੀਆਂ ਵੀ ਚਲੋ ਉੱਥੇ ਨਾ ਸਾਡੇ ਉੱਥੇ ਕੋਈ ਬਾਬਾ ਜੀ ਆਏ ਆ, ਚਲੋ ਚਲੀਏ। ਮਤਲਬ 4 ਘਰ ਛੱਡ ਕੇ। ਗੁਰੂ ਜੀ ਦਾ 300 ਹਾਊਸ ਨੰਬਰ ਸੀ, ਸਾਡਾ 295 ਸੀਗਾ ਇਸ ਨੇ ਟਰਨ ਕਰਕੇ। ਤੇ ਅਸੀਂ ਉੱਥੇ ਫਿਰ ਜਦੋਂ ਗਏ ਗੁਰੂ ਜੀ ਦੇ ਕੋਲ ਤੇ ਮੇਰੀ ਛੋਟੀ ਸਿਸਟਰ ਜਿਹੜੀ 8 ਸਾਲ ਛੋਟੀ ਮੇਰੇ ਤੋਂ ਸੀਗੀ ਉਹ ਮੇਰੇ ਨਾਲ ਬੈਠੀ ਸੀ, ਦੂਸਰੀ ਵੀ ਬੈਠੀ ਸੀ 6 ਸਾਲ ਛੋਟੀ ਜਿਹੜੀ। ਤਾਂ ਉਹਨੂੰ ਕੁਛ ਨਹੀਂ ਕਿਹਾ। ਇਹ ਵਾਲੀ ਸਿਸਟਰ ਨੂੰ ਕਿਹਾ ਕਿ ਇਹ ਭੈਣ ਦੇ ਨਾਲ ਨਾ ਬਣਾ ਕੇ ਰੱਖੀ, ਆ ਭੈਣ ਤੇਰੀ ਬਹੁਤ ਕੰਮ ਆਏਗੀ। ਜਦ ਕਿ ਉਹ ਹਲੇ ਉਹ ਮਤਲਬ 10th ਵਿੱਚ ਹੀ ਸੀਗੀ ਹਲੇ। ਸਾਨੂੰ ਫਿਊਚਰ ਦਾ ਪਤਾ ਨਹੀਂ ਸੀ। ਅਸੀਂ ਆਈ ਗਈ ਗੱਲ ਕਰਤੀ, ਅਸੀਂ ਕਿ ਚਲੋ ਠੀਕ ਹੈ। ਫਿਰ ਅਸੀਂ ਬੈਠੇ ਸਤਸੰਗ ਸੁਣਦੇ ਰਹੇ ਗੁਰੂ ਜੀ ਕੋਲ। ਮਤਲਬ ਬਹੁਤ ਅੱਛਾ। ਗੁਰੂ ਜੀ ਦੀ ਡਰੈਸਅਪ ਇੰਨੀ ਅੱਛੀ ਹੁੰਦੀ ਸੀ ਨਾ, ਰੈੱਡ ਕਲਰ ਦਾ ਚੋਲਾ ਪਾਇਆ ਹੁੰਦਾ ਸੀ, ਇੰਨੇ ਅੱਛੇ ਇੰਨੇ ਸੋਹਣੇ ਲੱਗਦੇ ਸੀ ਗੁਰੂ ਜੀ। ਮਤਲਬ ਉਹਨਾਂ ਕੋਲ ਬਹੁਤ ਸਾਰੇ ਦਿੱਲੀੋਂ ਬਾਹਰੋਂ VIPs ਬਹੁਤ ਆਉਂਦੇ ਸੀ। ਉਹਨਾਂ ਨੇ ਕੈਂਸਰ ਦਾ ਟ੍ਰੀਟਮੈਂਟ ਕਰਨਾ ਸਪੂਨ ਨਾਲ ਕਰਦੇ ਹੁੰਦੇ ਸੀ। ਤਾਂ ਅਸੀਂ ਬੈਠੇ ਹੁੰਦੇ ਸੀ ਨਾ, ਅਸੀਂ ਦੇਖਦੇ ਹੁੰਦੇ ਸੀ ਕਿੱਦਾਂ ਟ੍ਰੀਟਮੈਂਟ ਕਰਦੇ ਆ ਗੁਰੂ ਜੀ, ਸਾਰਿਆਂ ਨੂੰ ਠੀਕ ਕਰਦੇ ਸੀਗੇ। ਅਤੇ ਅਸੀਂ ਇਸ ਤਰ੍ਹਾਂ ਬੈਠੇ ਹੋਏ ਸੀਗੇ। ਫਿਰ ਅਗਲੇ ਦਿਨ ਫਿਰ ਮੈਂ ਕਿਹਾ ਚਲੋ ਹੁਣ ਸਵੇਰੇ ਸਵੇਰੇ ਮੈਂ ਵੀ ਜਾ ਕੇ ਚਾਹ ਦੀ ਸੇਵਾ ਕਰ ਆਵਾਂ। ਮੈਂ ਚਲੇ ਗਈ ਉੱਥੇ ਰਸੋਈ ਦੇ ਵਿੱਚ, ਕਿਚਨ 'ਚ ਚਲੇ ਗਈ ਅਤੇ ਗੁਰੂ ਜੀ ਕਹਿੰਦੇ ਚਾਹ ਦੀ ਸੇਵਾ ਕਰੋ। ਅਤੇ ਮੈਂ ਇਕੱਲੀ ਸੀਗੀ। ਮੈਂ ਕਿਚਨ ਦੇ ਵਿੱਚ ਜਿਹੜੇ ਆਏ ਗਏ ਸਭ ਨੂੰ ਚਾਹ ਬਣਾ ਕੇ ਦਿੰਦੀ ਰਹੀ, ਨਾਲ ਨਾਲ ਭਾਂਡੇ ਧੋਂਦੀ ਗਈ, ਸਭ ਕੁਝ ਕਰਦੀ ਰਹੀ। ਗੁਰੂ ਜੀ ਆਏ ਹੈ, ਰਾਊਂਡ ਲੈਂਦੇ ਹੁੰਦੇ ਸੀ ਵੀ ਕੀ ਹੋ ਰਿਹਾ। ਉਹਨਾਂ ਨੇ ਦੇਖਿਆ ਮੈਨੂੰ, ਉਹਨਾਂ ਨੇ 10-15 ਮਿੰਟ ਮਤਲਬ ਇਸ ਤਰ੍ਹਾਂ ਡੋਰ ਬਿਲਕੁਲ ਐਂਟਰੈਂਸ 'ਤੇ ਰਸੋਈ ਦੇ ਅੰਦਰ ਹੈ, ਮੈਂ ਬਾਹਰ ਖੜ੍ਹੇ ਹੋ ਕੇ ਨਾ ਮੈਨੂੰ ਮਤਲਬ ਵਾਈਬ੍ਰੇਸ਼ਨਸ ਨਾਲ ਮੈਨੂੰ ਬਲੈਸਿੰਗਸ ਦਿੱਤੀਆਂ। ਬਟ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਉਹਨਾਂ ਨੇ ਮੈਨੂੰ ਕੀ ਬਲੈਸਿੰਗਸ ਦਿੱਤੀਆਂ। ਹੁਣ ਅੱਜ ਪਤਾ ਲੱਗ ਰਿਹਾ ਉਹ ਬਲੈਸਿੰਗਸ ਕੀ ਸੀਗੀਆਂ। ਫਿਰ ਅਸੀਂ ਅਗਲੇ ਦਿਨ ਫਿਰ ਅਸੀਂ ਜਾਣਾ ਸੀਗਾ ਕਿਤੇ, ਬਾਏ ਬੱਸ ਜਾਣਾ ਸੀਗਾ ਹੁਸ਼ਿਆਰਪੁਰ ਬ੍ਰਦਰ ਦੇ ਕੋਲ। ਅਤੇ ਅਸੀਂ ਇਸ ਰਿਕਸ਼ੇ 'ਚ ਬੈਠੇ ਬੱਸ ਸਟੈਂਡ 'ਚ ਜਾ ਰਹੇ ਸੀਗੇ ਅਤੇ ਬੱਸ ਦੇ ਥੱਲੇ ਇੰਨਾ ਵੱਡਾ ਸਟੋਨ ਆਇਆ। ਉਹ ਸਟੋਨ ਉੜ ਕੇ ਮੇਰੀ ਔਰ ਮੇਰੀ ਬੇਟੀ ਨੂੰ ਕੁਛ ਨਹੀਂ ਹੋਇਆ, ਮੇਰੇ ਹਸਬੈਂਡ ਦੇ ਇੱਥੇ ਲੱਗਾ। ਉਹ ਫਿਰ ਬੜਾ ਮਤਲਬ ਖੂਨ ਵਗੈਰਾ ਉੱਥੇ ਨਿਕਲਿਆ। ਫਿਰ ਅਸੀਂ ਉੱਥੇ ਰੁਕ ਗਏ ਨਹੀਂ। ਫਿਰ ਇੰਜੈਕਸ਼ਨ ਵਗੈਰਾ ਲਗਵਾਇਆ। ਫਿਰ ਅਸੀਂ ਵਾਪਸ ਫਿਰ ਗੁਰੂ ਜੀ ਕੋਲ ਆ ਗਏ। ਮੇਰੇ ਪੇਰੈਂਟਸ ਵੀ ਬੜੇ ਹੈਰਾਨ ਵੀ ਹੁਣੇ ਤੇ ਚਲੇ ਗਏ, ਅਸੀਂ ਵਾਪਸ ਕਿਉਂ ਆ ਗਏ ਆ। ਫਿਰ ਅਸੀਂ ਉੱਧਰ ਵਾਪਸ ਆ ਕੇ ਫਿਰ ਅਸੀਂ ਗੁਰੂ ਜੀ ਕੋਲ ਗਏ। ਗੁਰੂ ਜੀ ਕਹਿੰਦੇ ਕੀ ਹੋਇਆ। ਅਸੀਂ ਕਿਹਾ ਗੁਰੂ ਜੀ ਇੱਦਾਂ ਇੱਦਾਂ ਅਸੀਂ ਜਾ ਰਹੇ ਸੀ ਬੱਸ ਸਟੈਂਡ 'ਤੇ ਅਤੇ ਇੱਦਾਂ ਦਾ। ਕਹਿੰਦੇ ਅੱਛਾ ਦੇਖਿਆ ਆ ਤੁਹਾਡੀ ਬੱਸ ਦਾ ਨਾ ਐਕਸੀਡੈਂਟ ਹੋਣਾ ਸੀਗਾ, ਮੈਂ ਤੁਹਾਨੂੰ ਇੱਥੇ ਰੋਕ ਲਿਆ। ਜੈ ਗੁਰੂ ਜੀ। ਫਿਰ ਗੁਰੂ ਜੀ ਨੇ ਕਿਹਾ ਚਲੋ ਹੁਣ ਬਹਿ ਜਾਓ ਇੱਥੇ, ਸਾਰੇ ਚਾਹ ਦਾ ਲੰਗਰ ਛਕੋ ਅਤੇ ਹੁਣ ਚਾਹ ਦਾ ਲੰਗਰ ਛਕ ਕੇ ਫਿਰ ਤੁਸੀਂ ਜਾਣਾ। ਫਿਰ ਅਸੀਂ ਉੱਥੇ ਬੈਠੇ, ਫਿਰ ਚਾਹ ਦਾ ਲੰਗਰ ਛਕਿਆ। ਫਿਰ ਅੱਧੇ ਘੰਟੇ ਬਾਅਦ ਕਹਿੰਦੇ ਹੁਣ ਜਾਓ ਤੁਸੀਂ, ਹੁਣ ਬੱਸ ਫੜੋ। ਫਿਰ ਅਸੀਂ ਉੱਥੇ ਚਲੇ ਗਏ। ਫਿਰ ਇਸ ਤਰ੍ਹਾਂ ਕਰਦੇ ਕਰਦੇ ਅਸੀਂ ਫਿਰ ਥੋੜ੍ਹੇ ਜਿਹਾ ਇਨ ਟੱਚ ਜੇ ਹੋ ਗਏ, ਨਹੀਂ ਧਿਆਨ ਰਿਹਾ। ਫਿਰ ਮੇਰੀ ਛੋਟੀ ਸਿਸਟਰ ਨੇ
ਮੈਂ ਐਮਏ ਕੀਤੀ, ਬੀਐਡ ਕੀਤੀ, ਕਿੰਨੇ ਸਾਲਾਂ ਬਾਅਦ 97 ਚ ਜਾ ਕੇ ਉਹਦਾ ਵਿਆਹ ਹੋਇਆ, ਬੇਟੀ ਹੋਈ। ਬੇਟੀ ਦੇ ਬਾਅਦ ਉਹਦਾ ਸੈਕਿੰਡ ਇਸ਼ੂ ਨਹੀਂ ਹੋ ਰਿਹਾ ਸੀਗਾ, ਕਾਫੀ ਟਾਈਮ ਹੋ ਗਿਆ। ਫਿਰ ਉਹਨੇ ਮੈਨੂੰ ਕਿਹਾ, ਗੁਰੂ ਜੀ ਨੇ ਉਦੋਂ ਗੱਲਾਂ ਫਿਰ ਸ਼ੁਰੂ ਹੋਈਆਂ ਹੌਲੀ ਹੌਲੀ, ਜਿੱਦਾਂ ਗੁਰੂ ਜੀ ਨੇ ਕਿਹਾ ਸੀ ਅਸੀਂ 4 ਸਿਸਟਰਸ ਹਾਂ, ਹੋਰ ਕਿਸੇ ਨੂੰ ਨਹੀਂ ਕਿਹਾ, ਸਿਰਫ ਮੈਨੂੰ ਹੀ ਕਿਹਾ ਸੀਗਾ। ਛੋਟੀ ਨੂੰ ਕਿਹਾ ਤੂੰ ਇਹਦੇ ਨਾਲ ਬਣਾ ਕੇ ਰੱਖਣੀਆਂ, 2 ਨੂੰ ਸਾਈਡ ਤੇ ਕਰਤਾ ਸੀਗਾ। ਤੇ ਜਿਹੜੀਆਂ 2 ਛੋਟੀਆਂ ਸਿਸਟਰ ਸੀਗੀਆਂ, ਉਹਨਾਂ ਨੇ ਗੁਰੂ ਜੀ, ਉਹ ਛੋਟੀਆਂ ਸੀਗੀਆਂ, ਗੁਰੂ ਜੀ ਨੇ ਉਹਨਾਂ ਨੂੰ ਕਹਿਣਾ ਵੀ ਹੋਰ ਸੁਣਾ, ਕੈਨੇਡਾ ਵਾਲੀ ਆਂਟੀ ਉਹ ਹਲੇ +2 ਚ ਪੜ੍ਹਦੀ ਸੀ, ਫਿਊਚਰ ਉਹਦਾ ਨਹੀਂ ਪਤਾ ਸੀ ਉਹਨੇ ਕਿੱਥੇ ਜਾਣਾ। ਜਿਹੜੀ ਦੂਜੀ ਸੀਗੀ ਜਿਹਨੂੰ ਕਿਹਾ ਸੀ ਬਣਾ ਕੇ ਰੱਖੀ, ਉਹਨੂੰ ਕਹਿੰਦੇ ਤੈਨੂੰ ਇੰਗਲੈਂਡ ਵਾਲੀ ਆਂਟੀ ਬਣਾ ਦਾਂ? ਕਹਿੰਦੇ ਨਹੀਂ ਗੁਰੂ ਜੀ ਮੈਂ ਨਹੀਂ, ਬਾਹਰ ਨਹੀਂ ਜਾਣਾ, ਮੈਂ ਜਲੰਧਰ ਹੀ ਵਿਆਹ ਕਰਾਉਣਾ। ਕਹਿੰਦੇ ਚੱਲ ਠੀਕ ਹੈ, ਫਿਰ ਤੂੰ ਜਲੰਧਰ ਵਾਲੀ ਆਂਟੀ। ਫਿਊਚਰ ਦੇ ਵਿੱਚ ਕਿੰਨੇ ਸਾਲਾਂ ਬਾਅਦ ਉਹਨਾਂ ਕੁੜੀਆਂ ਨੇ, ਦੋਨਾਂ ਨੇ, ਇੱਕ BSc ਕੀਤੀ, ਇੱਕ ਨੇ MA ਕੀਤੀ। ਉਹ ਤਾਂ ਹਾਲੇ ਮੋਹਾਲੀ ਵਿਆਹੀ ਗਈ, ਕੈਨੇਡਾ ਵਾਲੀ ਜਿਹਨੂੰ ਕਹਿੰਦੇ ਸੀਗੇ। ਉਹਦੇ ਫਾਦਰ ਇਨ ਲਾ, ਮਦਰ ਇਨ ਲਾ ਬਾਹਰ ਸੀ, ਉਹਨਾਂ ਨੇ ਪੇਪਰ ਅਪਲਾਈ ਕੀਤੇ, ਉਹ ਅੱਜ 20 ਸਾਲ ਹੋ ਗਈ, ਉਹ ਕੈਨੇਡਾ ਸੈੱਟ ਹੋ ਗਈ। ਤੇ ਜਿਹੜੀ ਛੋਟੀ ਵਾਲੀ ਸੀਗੀ ਉਹ ਜਲੰਧਰ ਸੈੱਟ ਹੋ ਗਈ, ਜਿਹੜਾ ਉਹਨਾਂ ਨੇ ਗੁਰੂ ਜੀ ਕੋਲ ਮੰਗਿਆ। ਔਰ ਮੈਨੂੰ ਗੁਰੂ ਜੀ ਨੇ ਉਹਦੀ ਦਿੱਤੀ ਹੋਈ ਸੀ ਸੇਵਾ, ਹੁਣ ਇਹ ਪਤਾ ਨਹੀਂ ਕਿਸ ਰੂਪ 'ਚ ਹੋਣੀ ਸੀ। ਫਿਰ ਉਹਦਾ ਜਿੱਦਾਂ ਇੱਕ ਬੇਟੀ ਹੋਈ, 8 ਈਅਰ ਹੋ ਗਿਆ, ਉਹਦਾ ਕੋਈ ਇਸ਼ੂ ਨਹੀਂ ਹੋ ਰਿਹਾ ਸੀ। ਉਹਦਾ ਮੈਨੂੰ ਫ਼ੋਨ ਆਇਆ ਵੀ ਮੇਰੇ ਇਸ਼ੂ, ਫਿਰ ਕਹਿੰਦੀ ਮੈਨੂੰ ਤੁਸੀਂ ਪਾਠ ਪੂਜਾ, ਫਿਰ ਮੈਂ ਪਾਠ ਪੂਜਾ ਕਰਾਈ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਅੰਮ੍ਰਿਤਸਰ, ਉੱਥੇ ਪ੍ਰਸ਼ਾਦੇ ਲੈ ਕੇ ਗਈ, ਸਭ ਕੁਝ। ਮਤਲਬ ਜਿੱਦਾਂ ਗੁਰੂ ਜੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਸੀ, ਤੂੰ ਛੋਟੀ ਭੈਣ ਦੀ ਜ਼ਿੰਮੇਵਾਰੀ ਕਰਨੀ ਹੈ। ਫਿਰ ਉਹਦਾ ਬੇਬੀ ਹੋਣ ਵਾਲਾ ਸੀ, ਫਿਰ ਉਹਨੇ ਮੈਨੂੰ ਕਿਹਾ ਵੀ 15 ਦਿਨ ਪਹਿਲੇ ਆ ਜੀ, ਜਦੋਂ ਮੈਂ ਹਸਪੀਟਲ ਐਡਮਿਟ ਹੋਵਾਂਗੀ ਸਾਰੀ ਸੇਵਾ ਤੂੰ ਕਰਨੀ ਹੈ। ਹਾਲੇ ਕਿ ਉਹਦੀ ਮਦਰ ਇਨ ਲਾ ਵੀ ਸੀ, ਨਨਾਨਾ ਵੀ ਸੀ, ਸਭ। ਬਟ ਪਤਾ ਨਹੀਂ ਇਹਦੇ ਵਿੱਚ ਕੀ ਲੌਜਿਕ ਸੀ, ਸਾਨੂੰ ਇਹ ਤਾਂ ਗੁਰੂ ਜੀ ਜਾਣਦੇ ਸੀ, ਜਿਨ੍ਹਾਂ ਗੁਰੂ ਜੀ ਨੇ ਮਤਲਬ ਇੰਨੇ ਸਾਲਾਂ ਪਹਿਲੇ ਹੀ ਕਰ ਦਿੱਤਾ ਸੀਗਾ ਵੀ ਇਹਦੀ ਇਹੀ ਕਰਨੀ ਹੈ, ਤੂੰ ਹੀ ਕਰਨੀ ਹੈ। ਫਿਰ ਮੈਂ 15 ਡੇਜ਼ ਉਹਦੇ ਕਰਕੇ ਆਈ ਸਭ ਕੁਝ। ਹੁਣ ਰੀਸੈਂਟਲੀ 2014 ਦੇ ਵਿੱਚ ਉਹਨੂੰ ਬ੍ਰੈਸਟ ਕੈਂਸਰ ਹੋ ਗਿਆ, ਮੇਰੀ ਛੋਟੀ ਸਿਸਟਰ ਨੂੰ। ਉਹਦਾ ਫੇਰ ਫ਼ੋਨ ਆਇਆ, ਰੋਣ ਲੱਗ ਪਈ। ਮੈਂ ਉਸੇ ਵੇਲੇ ਟ੍ਰੇਨ ਪਕੜੀ, ਮੈਂ ਫੇਰ ਗਈ। ਫਿਰ ਮੈਂ 10 ਡੇਜ਼ ਲੁਧਿਆਣਾ ਹੌਸਪੀਟਲ ਦੇ ਵਿੱਚ, ਕੈਂਸਰ ਹੌਸਪੀਟਲ ਵਿੱਚ ਕੋਈ ਨਹੀਂ ਸੀ, ਸਿਰਫ ਮੈਂ ਔਰ ਮੇਰੀ ਸਿਸਟਰ, ਕਿਸੇ ਨੂੰ ਅਲਾਉਡ ਨਹੀਂ ਸੀ ਅੰਦਰ ਆਉਣਾ। ਦਿਨ ਰਾਤ ਪੂਰਾ ਦਿਨ 24 ਘੰਟੇ ਉਹਦੇ ਕੋਲ ਰਹਿਣਾ। ਆਪਰੇਟ ਹੋਇਆ ਉਹਦਾ ਸਭ ਸਾਰਾ 10 ਡੇਜ਼, ਜਦ ਤੱਕ ਡਿਸਚਾਰਜ ਨਹੀਂ ਹੋ ਗਿਆ, ਉਹਨੂੰ ਹਸਪੀਟਲ ਤੋਂ ਛੁੱਟੀ ਨਹੀਂ ਮਿਲੀ। 5 ਡੇਜ਼ ਉਹਦਾ, 15 ਡੇਜ਼ ਕਰਕੇ ਫਿਰ ਮੈਂ ਪਾਣੀਪਤ ਵਾਪਸ ਆਈ। ਮਤਲਬ ਕਿ ਮੇਰੇ ਇਨ-ਲॉज ਨੇ ਵੀ ਕਿਸੇ ਨੇ ਆਬਜੈਕਸ਼ਨ ਨਹੀਂ ਕੀਤੀ ਵੀ ਤੂੰ ਆਪਣੀ ਸਿਸਟਰ ਲਈ ਇੰਨੀ ਵਾਰੀ ਉੱਥੇ ਜਾ ਰਹੀ ਹੈ। ਔਰ ਗੁਰੂ ਜੀ ਨੇ ਪਹਿਲੇ ਹੀ ਕਹਿ ਦਿੱਤਾ ਸੀਗਾ ਵੀ ਇਹਦੀ ਸੇਵਾ ਤੂੰ ਕਰਨੀ ਹੈ, ਮਤਲਬ ਇਨਡਾਇਰੈਕਟ ਵਿੱਚ ਉਹਨਾਂ ਨੇ ਸਮਝਾ ਦਿੱਤਾ ਸੀਗਾ। ਫਿਰ ਇਸ ਤਰ੍ਹਾਂ ਫਿਰ ਅਸੀਂ ਸਭ ਕੁਝ ਇਸ ਤਰ੍ਹਾਂ ਠੀਕ ਠਾਕ ਹੋ ਗਿਆ। ਹੁਣ ਅੱਜ ਦੇਖ ਲਓ 6 ਇਅਰਸ ਹੋ ਗਏ, ਬਿਲਕੁਲ ਠੀਕ ਹੈ ਉਹ ਸਿਸਟਰ ਮੇਰੀ। ਤੇ ਹੁਣ ਉਸ ਦੇ ਬਾਅਦ ਹੁਣ ਰੀਸੈਂਟਲੀ ਮੇਰਾ ਬੇਟਾ 2018 ਵਿੱਚ ਕੈਨੇਡਾ ਗਿਆ, ਦਸੰਬਰ ਦੇ ਵਿੱਚ MBA ਕਰਨ ਗਿਆ। ਉਹ ਗਿਆ ਸੀ ਨਨਾਇਨਮੋ, ਤੇ ਉਹਦੀ MBA ਕੰਪਲੀਟ ਹੋ ਗਈ, ਉਹਦੀ ਇੰਟਰਨਸ਼ਿਪ ਲੱਗੀ, ਲੋਕਡਾਊਨ ਲੱਗ ਗਿਆ। ਹੁਣ ਇੱਥੇ ਮੈਨੂੰ ਬਹੁਤ ਟੈਨਸ਼ਨ ਸੀ, ਲੋਕਡਾਊਨ ਦੇ ਵਿੱਚ ਜੌਬ ਕਰੇਗਾ ਤੇ ਕੋਈ ਪ੍ਰੋਬਲਮ ਨਾ, ਕਿਉਂਕਿ ਕੈਨੇਡਾ ਵਿੱਚ ਬਹੁਤ ਫੈਲ ਗਿਆ ਸੀਗਾ। ਫਿਰ ਮੈਂ ਗੁਰੂ ਜੀ ਅੱਗੇ ਅਰਦਾਸ ਕੀਤੀ, ਮੈਂ ਕਿਹਾ ਗੁਰੂ ਜੀ ਕੁਝ ਕਰੋ। ਫਿਰ ਇਨ ਬਿਟਵੀਨ ਇਹਨਾਂ ਬੱਚਿਆਂ ਨੇ ਨਨਾਇਨਮੋ ਤੋਂ ਵੈਂਕੂਵਰ ਸ਼ਿਫਟ ਕਰ ਲਿਆ। ਵੈਂਕੂਵਰ ਸ਼ਿਫਟ ਕਰਕੇ ਫਿਰ ਜੌਬ ਨਹੀਂ ਸੀਗੀਆਂ, ਕੋਈ ਮਿਲ ਹੀ ਨਹੀਂ ਰਹੀ ਸੀ, ਮਿਲਦੀ ਸੀ ਤਾਂ ਬਾਹਰ ਦੀ ਮਿਲਦੀ ਸੀ। ਔਰ ਮੇਰੀ ਬੇਟੀ ਜਲੰਧਰ ਰਹਿੰਦੀ ਹੈ ਕੈਂਟ ਵਿੱਚ, ਉਹ ਵੀ ਬਹੁਤ ਗੁਰੂ ਜੀ ਨੂੰ ਮੰਨਦੀ ਆ। ਉਸਨੇ ਸਮਝ ਲਓ ਪੂਰੇ ਵਾਲ ਦੇ ਵਿੱਚ ਪੂਰੀ ਵਾਲ ਉਹਨੇ ਭਰੀ ਹੋਈ ਆ ਗੁਰੂ ਜੀ ਦੇ ਲਈ, ਮਤਲਬ ਇੰਨੀ ਉਹ ਗੁਰੂ ਜੀ ਦੀ ਕਰਦੀ ਹੈ। ਇੱਕ ਦਿਨ ਉਹਦਾ ਮੈਨੂੰ ਫ਼ੋਨ ਆਇਆ, ਕਹਿੰਦੀ ਮੰਮਾ ਤੁਸੀਂ ਨਾ, ਉਹ ਆ ਰਹੀ ਸੀ, ਕਹਿੰਦੀ ਤੁਸੀਂ ਸੇਵੀਆਂ ਬਣਾ ਲਓ ਮਿੱਠੀਆਂ, ਮੈਂ ਸੇਵੀਆਂ ਖਾਣੀਆਂ। ਉਹਨੇ ਮੈਨੂੰ ਨਹੀਂ ਦੱਸਿਆ ਵੀ ਉਹ ਗੁਰੂ ਜੀ ਦਾ ਸਰੂਪ ਲੈ ਕੇ ਆ ਰਹੀ ਹੈ ਘਰ। ਰਾਤੀ 12 ਵਜੇ ਉਹਨੇ ਨੌਕ ਕੀਤਾ, ਮੈਨੂੰ ਕਹਿੰਦੀ ਮੰਮੀ ਤੇਲ ਢਾਲੋ। ਮੈਂ ਕਿਹਾ ਤੇਲ ਢਾਲੋ, ਕੀ ਹੋਇਆ? ਮੈਂ ਫਿਰ ਤੇਲ ਢਾਲਿਆ ਤਾਂ ਉਹ ਗੁਰੂ ਜੀ ਦਾ ਸਰੂਪ ਲੈ ਕੇ ਆਈ ਮੇਰੇ ਲਈ। ਜਿਸ ਤਰ੍ਹਾਂ ਹੀ ਗੁਰੂ ਜੀ ਦਾ ਸਰੂਪ ਐਂਟਰ ਕੀਤਾ ਮੇਰੇ ਘਰ ਦੇ ਵਿੱਚ, ਮਤਲਬ 12 ਵਜੇ ਰਾਤੀ, ਉੱਥੇ ਮਾਰਨਿੰਗ ਟਾਈਮ ਸੀ ਕੈਨੇਡਾ ਦੇ ਵਿੱਚ। ਹਲੇ ਅਸੀਂ ਆ ਕੇ ਅਰਦਾਸ ਹੀ ਕੀਤੀ ਹੈ ਤੇ ਮੇਰੇ ਬੇਟੇ ਦਾ ਫ਼ੋਨ ਆ ਗਿਆ, ਕਹਿੰਦਾ ਮੰਮੀ ਮੇਰੇ ਕੋਲ ਵਰਕ ਪਰਮਿਟ ਆ ਗਿਆ। ਜਦ ਕਿ ਹਲੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਹਲੇ 2 ਮੰਥਸ ਹੀ ਹੋਏ ਸੀ ਉਹਦੀ ਸਟੱਡੀ ਖਤਮ ਹੋਈ ਨੂੰ। ਹਾਲੇ ਤਾਂ ਬਹੁਤ ਟਾਈਮ ਲੱਗਦਾ ਵਰਕ ਪਰਮਿਟ ਦਾ, ਬਾਇਓਮੈਟਰੀ ਵਰ ਸਭ ਟੈਸਟ ਹੋਣੇ ਸੀ, ਕੁਝ ਨਹੀਂ ਹੋਇਆ। ਉਸ ਟਾਈਮ ਉਹਦਾ ਵਰਕ ਪਰਮਿਟ ਆ ਗਿਆ। ਮੈਂ ਕਿਹਾ ਦੇਖੋ ਗੁਰੂ ਜੀ ਨੇ ਕਿੰਨੀ ਬਲੈਸਿੰਗਸ ਦਿੱਤੀ ਹੈ, ਘਰ ਆਉਂਦੇ ਹੀ ਵਰਕ ਪਰਮਿਟ ਆ ਗਿਆ। ਫਿਰ ਸਮਾਧੀ ਦਿਵਸ ਆਇਆ 31 ਨੂੰ, ਜਿਹਦਾ 31 ਨੂੰ ਫਿਰ ਉਹਦਾ ਫ਼ੋਨ ਆ ਗਿਆ। ਪਹਿਲਾਂ ਉਹਨੇ ਦੱਸਿਆ, ਕਹਿੰਦਾ ਮੰਮੀ ਮੇਰੀ ਨਾ ਜੌਬ ਦੀ ਮਤਲਬ ਇੰਟਰਵਿਊ ਚੱਲ ਰਹੀ ਹੈ, ਵੀ 1 ਮੰਥ ਹੋ ਗਿਆ, ਬੜੇ 3 ਸਟੇਜਿਸ ਤੋਂ ਨਿਕਲਣਾ ਪੈਂਦਾ, ਇੰਟਰਵਿਊਜ਼ ਹੋ ਰਹੀ ਹੈ। ਉਹ ਕਹਿੰਦਾ ਸੀ ਬਾਹਰ ਜਾਣਾ ਪਏਗਾ, ਬਾਹਰ ਜਾਓ ਤਾਂ ਫਿਰ ਮੈਗਡੀ ਇਸ ਤਰ੍ਹਾਂ ਦੇ ਡਿਪਾਰਟਮੈਂਟ 'ਚ ਹੀ ਮਿਲਦੀ ਹੈ। ਫਿਰ ਮੈਂ ਕਿਹਾ, ਮੇਰੇ ਮਨ 'ਚ ਆਇਆ, ਮੈਂ ਕਿਹਾ ਗੁਰੂ ਜੀ ਪਲੀਜ਼ ਇਹਨੂੰ ਇਹਦੇ ਐਜੂਕੇਸ਼ਨ ਨਾਲ ਰਿਲੇਟਿਡ ਕੋਈ ਜੌਬ ਦੇ ਦਿਓ।
तो फिर मेरी बेटी ने फ़ोन किया अपने ब्रदर नू, कहती भाई ऐसे करना, जब तेरी इंटरव्यू चल रही होगी ना, उसने गुरु जी का स्वरूप उन्होंने सेंड करता मोबाइल ते, तो गुरु जी की फोटो ना इस तरह मोबाइल ते रख के तो इंटरव्यू देनी है। वो 3 स्टेजिस तो निकलिया, मतलब 3 दिन लगातार इंटरव्यू हुई हैं। जब फाइनल फिर जो इंटरव्यू होवे गुरु जी की फोटो रख ले सामने, फिर जो फाइनल इंटरव्यू हुई फिर फोन आया, कहता मम्मी मेरी सिलेक्शन हो गई। जय गुरु जी। फिर उसकी सिलेक्शन हो गई, फिर उन्होंने वर्क फ्रॉम होम मिल गया। नहीं तो अज की डेट में जिथे कैनेडा भी जॉब्स नहीं हैगियां, और बेटे नू MBA उन्हें की मार्केटिंग विच, उन्होंने रॉजर कम्यूनिकेशन कंपनी दे विच उत्थे जॉब मिल गई। तो हुण PR का मैं हले उन्होंने 3 मंथ्स ही होए है, वर्क परमिट में ज़्यादा टाइम नहीं होया, क्योंकि 2018 च गया सी, 1.5 साल की वो MBA सी। तो फिर मैं क्या बेटे PR ਲਈ जॉब, फिर उन्हें कंसलटेंट ਨੂੰ ਪੁੱਛਿਆ, ਉਹ ਕਹਿੰਦੇ ਕਿ ਉੱਥੇ ਕੋਈ ਜੌਬ ਹੁੰਦੀ ਹੈ ਵੀ ਨੌਬ B ਔਰ ਨੌਬ C 2 ਟਾਈਪਸ ਹੁੰਦੀਆਂ, ਉਹਦੀ ਨੌਬ C 'ਚ ਆ ਰਹੀ ਸੀ ਵੀ ਅਗਰ ਆਪ ਤੁਹਾਡੀ ਨੌਬ B ਦੀ ਜੌਬ ਹੋਏਗੀ ਫਿਰ ਤੁਹਾਨੂੰ PR ਮਿਲੇਗੀ। ਫਿਰ ਮੈਂ ਕਿਹਾ ਬੇਟੇ ਇੱਦਾਂ ਕਰ, ਤੂੰ ਆਪਣੀ ਕੰਪਨੀ ਨਾਲ ਗੱਲ ਕਰ। ਮੈਂ ਕਿਹਾ ਗੁਰੂ ਜੀ ਦਾ ਅੱਗੇ ਅਰਦਾਸ ਕਰ, ਮੈਂ ਅਰਦਾਸ ਮੈਂ ਹੀ ਕਰਦੀ ਹਾਂ। ਮੈਂ ਕਿਹਾ ਗੁਰੂ ਜੀ ਉੱਥੇ ਕੋਈ ਨਹੀਂ ਹੈ ਉਹਦੇ ਕੋਲ, ਹੁਣ ਤੁਸੀਂ ਉਹਦਾ ਸਾਥ ਦੇਣਾ ਬਸ। ਉਹ ਫਿਰ ਉਹਨੇ ਉੱਥੇ ਮੈਨੇਜਰ ਨਾਲ ਗੱਲ ਕੀਤੀ, ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਨੌਬ B ਦੀ ਜੌਬ ਦੇ ਦਾਂਗੇ। ਜੈ ਗੁਰੂ ਜੀ। बस हुण 3-4 दिन च मीटिंग दे विच फाइनल हो जाएगा, फिर उन्होंने PR वाली नौब B की जॉब मिल जाएगी बेटे नूं। मतलब हुण देखो रीसेंटली दा मेरा सत्संग ये है कि एक मधु मदान आंटी का नाम सुनिया, वो आंदी है यूट्यूब ते फॉरन दी है मधु मदान, ऋषभ दीदी नूं पता है ना, मधु मदान है ना एक आंटी, वो बाहर रहिंदे हो। ਉਹਨਾਂ ਦਾ ਸਤਸੰਗ ਆਇਆ, ਜਿੱਦਾਂ ਨਾ ਮੈਨੂੰ 10-15 ਡੇਜ਼ ਤੋਂ ਬੜੀ ਪ੍ਰੋਬਲਮ ਸੀਗੀ, ਜਿੱਦਾਂ ਲੇਡੀਜ਼ ਨੂੰ ਕਈ ਹੁੰਦਾ ਨਾ ਜੁਆਇੰਟਸ ਦੁੱਖ ਰਹੇ ਆ, ਸ਼ੋਲਡਰਸ ਦੁੱਖ ਰਹੇ ਆ, ਨਾਈਫ ਨਹੀਂ ਫੜਿਆ ਜਾ ਰਿਹਾ। ਮੈਂ 14 ਰਨ ਬੜੀ ਅਪਸੈਟ ਜਿਹੀ ਸੀ, ਮੈਂ ਕਿਹਾ ਪਤਾ ਨਹੀਂ ਇਸ ਤਰ੍ਹਾਂ ਦੀ ਪ੍ਰੋਬਲਮਸ ਹੋ ਰਹੀਆਂ, ਕੀ ਹੋ ਰਿਹਾ। ਮੈਂ ਆਪਣੇ ਹਸਬੈਂਡ ਨੂੰ ਕਿਹਾ, ਮੈਂ ਕਿਹਾ ਸਵੇਰੇ ਚੈੱਕਅਪ ਕਰਾਵਾਂਗੇ, ਕਹਿੰਦੇ ਚਲੋ ਠੀਕ ਹੈ ਸਵੇਰੇ ਬਲੱਡ ਟੈਸਟ ਕਰਾ ਲਾਂਗੇ, ਕੁਛ ਹੋਏਗਾ। ਔਰ ਰਾਤੀ ਸੇਮ ਮੈਂ ਜਿਸ ਤਰ੍ਹਾਂ ਹੀ ਪਤਾ ਨਹੀਂ ਕੁਦਰਤੀ ਮੈਂ YouTube ਚਲਾ ਰਹੀ ਸੀ, ਤੇ ਉਹ ਮੇਰਾ ਸਤਸੰਗ ਨਾ ਔਨ ਹੋ ਗਿਆ। ਉਹ ਆਂਟੀ ਦਾ ਸੇਮ ਸਤਸੰਗ ਮੇਰੇ ਤੇ ਰਿਲੇਟਿਡ ਸੀਗਾ। ਕਹਿੰਦੇ ਗੁਰੂ ਜੀ ਨਾ ਤੁਹਾਨੂੰ ਉਸੇ ਵੇਲੇ ਜਵਾਬ ਦੇ ਦਿੰਦੇ ਆ, ਜੇ ਤੁਹਾਡੇ ਮਾਈਂਡ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ, ਤੁਹਾਨੂੰ ਕੋਈ ਪਰੇਸ਼ਾਨੀ है, ਤੁਹਾਨੂੰ ਉਸੇ ਵੇਲੇ ਜਵਾਬ मिल जाएगा। फिर वो लेडी का बिल्कुल सेम आया कि मेरे से नाइफ़ नहीं पकड़ा जा रहा था, मेरे हाथ में ये हुआ। मेरी बेटी कहती चलो, अगले दिन हम हॉस्पिटल गए, वो कहते मैडम कुछ भी नहीं है आपको, आप बस कैल्शियम लो, विटामिन डी लो, यही होगा बस और कुछ नहीं है। फिर मैनू मेरा जवाब मिल गया सीगा। मैं अगले दिन ही सवेरे गई मैडिकल स्टोर से, विटामिन डी ली, कैल्शियम ली, सब कुछ। यार 10 डेज़ हो गए, बिल्कुल ओके, कोई प्रॉब्लम नहीं है। जय गुरु जी, जय गुरु जी, शुक्राना। विश्वास की बात है, विश्वास की बात है ना। हाँ तो ਹੁਣ देखो ਮੇਰੇ ਬ੍ਰਦਰ ਦੀ ਮੈਰਿਜ ਨੂੰ 2 ਇਅਰਸ ਹੋ ਗਏ ਸੀ, ਉਹਨਾਂ ਦਾ ਬੇਬੀ ਨਹੀਂ ਹੋ ਰਿਹਾ ਸੀਗਾ। ਮੰਮੀ ਜਿੱਦਾਂ ਭਾਬੀ ਨੂੰ ਲੈ ਕੇ ਚਲੇ ਗਏ, ਸਾਡੇ ਤੋਂ ਬਿਲਕੁਲ ਨਾਲ ਸੀ। ਮੇਰੇ ਭਾਬੀ ਜੀ ਇੱਦਾਂ ਬੈਠੇ, ਤੇ ਮੇਰੀ ਮੰਮੀ ਜਿੱਦਾਂ 85 ਇਅਰਸ ਦੇ ਹੈ, ਓਲਡ ਹੈ। ਉਹਨਾਂ ਨੂੰ ਕਹਿੰਦੇ ਕੀ ਆਂਟੀ ਕੀ ਕਰਨ ਆਈ ਆ, ਕਹਿੰਦੇ ਆ ਇਹਦਾ ਨਾ ਬੇਬੀ ਨਹੀਂ ਹੋ ਰਿਹਾ, ਇਹਨੂੰ ਮਤਲਬ ਅਰਦਾਸ ਕਰੋ। ਕਹਿੰਦੇ ਚੱਲ ਜਾ, ਇੱਕ ਪੋਤਾ ਹੋ ਗਿਆ ਤੇਰਾ, ਜਾ। ਬਸ ਅਗਲੇ ਹਫਤੇ ਹੋ ਗਿਆ, ਅਗਲੇ ਈਅਰ 91 ਚ ਬੇਬੀ ਹੋ ਗਿਆ। ਉਹ ਬੇਟਾ ਹੁਣ ਅੱਜ ਵਿਨੀਪੈਗ ਦੇ ਵਿੱਚ PR ਲੱਗ ਗਈ, ਸੈਟਲਡ ਹੈ। ਉਹਨੂੰ ਅਸੀਂ ਮੱਥਾ ਟਿਕਾਣ ਗਏ, ਤੇ ਗੁਰੂ ਜੀ ਕਹਿੰਦੇ ਆਂਟੀ ਕੀ ਹੋਇਆ, ਕਹਿੰਦੇ ਮੈਂ ਇਹਨਾਂ ਨੂੰ ਮੱਥਾ ਟਿਕਾਣ ਆਈ ਹਾਂ, ਚੱਲ ਅਗਲੇ ਸਾਲ ਤੈਨੂੰ ਇੱਕ ਪੋਤਾ ਹੋਰ ਦਿੱਤਾ। ਉਹ ਅਗਲੇ ਸਾਲ ਇੱਕ ਮੁੰਡਾ ਹੋਰ ਹੋ ਗਿਆ, ਉਹ ਅੱਜ ਫਾਈਟਰ ਪਾਇਲਟ ਹੈ 에ਅਰ ਫੋਰਸ ਵਿੱਚ ਬਰੇਲੀ 'ਚ। ਜੈ ਗੁਰੂ ਜੀ, ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ ਦਾ। ਵਿਸ਼ਵਾਸ ਹੈ ਨਾ। ਤੇ ਉਹ ਬਸ ਹੁਣ ਦੇਖੋ, ਹੁਣ ਅਸੀਂ ਜਲੰਧਰ ਜਾਂਦੇ ਹਾਂ, ਅਸੀਂ ਬਸ ਹਾਲੇ ਤੱਕ ਗੁਰਦੁਆਰੇ ਮਤਲਬ ਮੰਦਰ ਬੰਦ ਹੈ, ਬਾਹਰੋਂ ਹੀ ਮੱਥਾ ਟੇਕ ਕੇ ਆ ਜਾਂਦੇ ਹਾਂ। ਕਹਿੰਦੇ ਬਾਹਰੋਂ ਹੀ ਮੱਥਾ ਟੇਕ ਲਓ, ਤੁਹਾਡੀ ਵਿਸ਼ਵਾਸ, ਤੁਹਾਡੀ ਅਰਦਾਸ ਕਬੂਲ ਹੋ ਜਾਏਗੀ। ਗੁਰੂ ਜੀ ਕਹਿੰਦੇ ਮੇਰੇ ਘਰ ਦੇ ਬਾਹਰੋਂ ਵੀ ਕੋਈ ਵੀ ਨਿਕਲ ਗਿਆ ਨਾ, ਸਭ ਨੂੰ ਬਲੈਸਿੰਗਸ ਹੈ। ਔਰ ਘਰ ਦਾ ਇੱਕ ਮੈਂਬਰ ਵੀ ਗੁਰੂ ਜੀ ਦੇ ਨਾਲ ਜੁੜ ਗਿਆ, ਉਹਦੀ ਸਾਰੇ ਪਰਿਵਾਰ ਲਈ ਬਲੈਸਿੰਗਸ ਆ, ਸਾਰੇ ਤਰ ਜਾਂਦੇ ਆ। ਹੁਣ ਅਸੀਂ ਵੀ ਮਤਲਬ ਇਹ ਹੈ ਸਵੇਰੇ ਜਦੋਂ ਵੀ ਹੈ ਗੁਰੂ ਜੀ ਨੂੰ ਥੋੜ੍ਹਾ ਜਿਹਾ ਚਾਹ ਦਾ ਭੋਗ ਲਗਾ ਲੈਂਦੇ ਹਾਂ, ਬੈਠ ਜਾਂਦੇ ਹਾਂ, ਗੁਰੂ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਦਿਮਾਗ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ, ਕੋਈ ਵੀ ਟੈਨਸ਼ਨ ਹੈ, ਗੁਰੂ ਜੀ ਕਹਿੰਦੇ ਤੁਸੀਂ ਮੇਰੇ ਨਾਲ ਡਾਇਰੈਕਟ ਕਨੈਕਸ਼ਨ ਰੱਖੋ, ਤੁਸੀਂ ਮੀਡੀਓਕਰ ਵਿੱਚ ਕਿਸੇ ਨੂੰ ਨਾ ਪਾਓ, ਕਿਸੇ ਨੂੰ ਨਾ ਕਹੋ ਵੀ ਸਾਡੇ ਲਈ ਅਰਦਾਸ ਕਰੋ, ਇਹ ਕਰੋ, ਤੁਸੀਂ ਡਾਇਰੈਕਟ ਮੈਨੂੰ ਦੱਸੋ ਤੁਹਾਨੂੰ ਕੀ ਪ੍ਰੋਬਲਮ ਹੈ, ਔਰ ਗੁਰੂ ਜੀ ਮਿੰਟ 'ਚ ਸੁਣਨਗੇ ਤੁਹਾਡੇ ਸਾਰਿਆਂ ਦੀ ਪ੍ਰੋਬਲਮਸ। ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ, ਜੈ ਗੁਰੂ ਜੀ।